ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਉੱਚਾ ਅਗਮ ਅਪਾਰ ਪ੍ਰਭ ਕਥਨੋ ਨਾ ਜਾਏ ਅਕਥ। ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰਥ। ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਾਤਮ ਦੇ ਸਚਿਤ ਆਨੰਦ ਪੁਰੀ ਪੁਰੀ ਵਿਸ਼ੰਤਾ ਸਾ ਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਅਪਾਰ ਰਹਿਮਤ ਕਿਰਪਾ ਕਰ ਰਹੇ ਨੇ। ਸਾਡੇ ਕਲਯੁਗੀ ਜੀਵਾਂ ਦਾ ਪਾਰ ਉਤਾਰਾ ਸਤਿਗੁਰਾਂ ਦਾ ਅਗੰਮੀ ਅਗਾਧ ਬੋਧ ਉਪਦੇਸ਼ ਗੁਰਬਾਣੀ ਬਖਸ਼ ਕਰ ਰਹੇ ਹਨ। ਜਿੰਨੀਆਂ ਵੀ ਸੰਗਤਾਂ ਇਸ ਮਹਾਨ ਅਮੋਲਕ ਸਮੇਂ ਦੀ ਸਾਂਭ ਕਰਦੇ ਹੋਏ ਆਪਣੇ ਜੀਵਨ ਨੂੰ ਗੁਜ਼ਾਰ ਰਹੇ ਹੋ, ਸਭ ਧੰਨਤਾ ਦੇ ਯੋਗ ਹੋ ਜੀ। ਆਪਣੇ ਸਵਾਸਾਂ ਨੂੰ, ਜੀਵਨ ਨੂੰ, ਯਾਤਰਾ ਨੂੰ, ਸਫ਼ਰ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰਦੇ। ਕੋਈ ਸਮਝੇ ਨਾ ਸਮਝੇ, ਪਰ ਇਹ ਸੱਚ ਹੈ ਕਿ ਅਸੀਂ ਸਫ਼ਰ ਤੇ ਹਾਂ। ਬੜੀ ਖਤਰਨਾਕ ਘਾਟੀ ਤੇ ਖੜੇ ਹਾਂ। ਬਹੁਤ ਖਤਰਨਾਕ ਸਟੇਜ ਹੈ। ਉਸ ਰਾਹੀ ਤੇ, ਯਾਤਰੀ ਤੇ ਆਪਣੇ ਤੇ ਅਪਲਾਈ ਕਰੀਏ। ਕਿਸੇ ਐਸੀ ਜਗ੍ਹਾ ਖੜੇ ਹੋਈਏ ਅਣਜਾਣ ਇਲਾਕੇ 'ਚ, ਨਾ ਤਾਂ ਇਹ ਪਤਾ ਹੋਵੇ ਕਿ ਮੈਂ ਕਿੱਥੋਂ ਆਇਆ, ਨਾ ਇਹ ਪਤਾ ਹੋਵੇ ਜਾਣਾ ਕਿੱਥੇ ਆ। ਗੱਡੀ ਆਉਣੀ ਆ, ਚੜ੍ਹਨਾ,
ਕਿਆ ਬੀਤਦੀ ਹੋਏਗੀ ਉਤੇ। ਅਣਜਾਣ ਰੋਹੀ ਬਿਆਬਾਨ ਚ ਕਹਿ ਲਈਏ, ਅਣਜਾਣ ਇਲਾਕੇ ਦੇ ਵਿੱਚ ਰੁਲ ਜਾਈਏ, ਕੋਈ ਛੱਡ ਦੇ, ਪਤਾ ਨਾ ਹੋਵੇ ਵੀ ਕਿੱਥੇ ਕਾਂ, ਉਹ ਘਾਟੀ ਤੇ ਖੜੇ ਆ। ਜੇ ਤਾਂ ਬੰਦਾ ਅਧਿਆਤਮਿਕ ਗਿਆਨ ਵੱਲ ਤੁਰ ਗਿਆ ਤਾਂ ਜੀਵਨ ਹੋ ਜਾਣਾ ਸੁਖੈਨ, ਤਾਂ ਲੇਖੇ 'ਚ ਲੱਗ ਜੂ, ਨਹੀਂ ਲੱਗਣਾ ਨਹੀਂ। ਜਾਣਾ ਕਿੱਧਰ ਨੂੰ ਆ ਕੋਈ ਪਤਾ ਨਹੀਂ। ਉਹ ਘਾਟੀ ਦੇ ਖੜੇ ਆ ਆਪਾਂ ਜੀ, ਬਹੁਤ ਖਤਰਨਾਕ ਸਟੇਜ ਹੈ। ਤੇ ਚੇਤਾ ਰੱਖੀਏ ਇੱਕ ਦਿਨ ਸਾਡੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਹੋਏਗਾ। ਬਾਹਰ ਦੇ ਪਖੰਡ ਜਿਹੜੇ ਆ, ਬਾਹਰ ਦੇ, ਉਹ ਨਾਲ ਕੰਮ ਨਹੀਂ ਆਉਣਗੇ। ਕੱਲ ਜੋ ਵਿਚਾਰਿਆ ਸੀ ਕਿ ਅਖੀਰੀ ਤੇ ਬੰਦੇ ਦੇ ਆ ਜਿਹੜੇ ਕਪਾਟ ਆ ਨਾ, 114 ਚੱਕਰ ਨੇ ਅੰਦਰ ਬੰਦੇ ਦੇ, ਖੁੱਲ ਜਾਣਗੇ। ਬ੍ਰਹਮ ਗਿਆਨ ਹੋਊ, ਪਰ ਹੋਊ ਉਦੋਂ ਜਦੋਂ ਖਤਮ ਕਹਾਣੀ, ਅੱਖਾਂ ਦੇ ਸਾਹਮਣੇ ਆਪਣਾ ਅੰਤ ਦਿਖਣ ਲੱਗ ਜਾਂਦਾ ਹੈ ਸਾਹਮਣੇ, ਪਰ ਉਦੋਂ ਟਾਈਮ ਲੰਘਿਆ ਹੁੰਦਾ, ਉਦੋਂ ਸਵਾਸ ਖਤਮ ਨੇ। ਤੇ ਕੋਸ਼ਿਸ਼ ਹੋਵੇ ਅਸੀਂ ਰਹਿੰਦੇ ਜੀਵਨ ਦੇ ਵਿੱਚ ਉਹ ਆਪਣੇ ਚੱਕਰਾਂ ਨੂੰ ਖੋਲੀਏ, ਸਮਝ ਆ ਜੇ ਸੰਸਾਰ 'ਚ ਜਿਉਣ ਦਾ ਤਰੀਕਾ ਕੀ ਹੈ। ਕੱਲ ਜੋ ਸਵਾਲ ਸੀਗਾ ਕਿ ਸੱਚੇ ਅਸਲੀ ਭਗਤ ਕੌਣ ਨੇ, ਅਸਲੀ ਭਗਤ ਕੌਣ ਨੇ। ਕਈ ਆਪਣੀ ਵਡਿਆਈ ਜਦੋਂ ਹੁੰਦੀ ਵੇਖਦੇ ਆ ਨਾ, ਤਾਰੀਫ ਹੁੰਦੀ ਆ, ਉੱਥੇ ਬੰਦੇ ਨੂੰ ਅੰਦਰ ਖੁਸ਼ੀ ਪੈਦਾ ਹੁੰਦੀ ਹੈ ਕਿ ਮੇਰੀ ਸਰਾਹਤਾ, ਮੇਰੀ ਵਡਿਆਈ ਹੈ, ਮੇਰੀ ਤਾਰੀਫ ਹੋ ਰਹੀ ਆ, ਖੁਸ਼ ਹੁੰਦਾ ਬੰਦਾ। ਤੇ ਕਿਤੇ ਨਰਾਦਰ ਹੁੰਦਾ, ਕੋਈ ਮਾੜਾ ਬੋਲਦਾ, ਉੱਥੇ ਬੰਦਾ ਦੁਖੀ ਹੁੰਦਾ ਹੈ। ਪਰੇ ਆ ਜੀ ਬੰਦਾ। ਰੱਬ ਦਾ ਭਗਤ ਜਿਹੜਾ, ਪਿਆਰਾ ਜਿਹੜਾ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਸੇਵਕ ਉਹ ਹੈ ਜਿਹੜਾ ਨਾ ਮਾਣ ਵਡਿਆਈ ਦੇ ਵਿੱਚ ਆਉਂਦਾ, ਨਾ ਕੋਈ ਨਰਾਦਰ ਜਦੋਂ ਕੋਈ ਕਰਦਾ ਕਿ ਉਹਨੂੰ ਕੋਈ ਚੱਕਰੇ ਨਹੀਂ ਆ, ਜਿਹੜਾ ਕਰੂ ਆਪੇ ਭਰੂ। ਉਹ ਕਹਿੰਦੇ ਇੱਛਾ ਇਹ ਨਹੀਂ ਹੁੰਦੀ ਕਿ ਮੇਰੀ ਕੋਈ ਵਡਿਆਈ ਕਰੇ। ਕੋਈ ਨਰਾਦਰ ਕਰਦਾ ਉਹ ਦੁਖੀ ਨਹੀਂ ਹੋਣਗੇ। ਤੇ ਸਾਧ ਸੰਗਤ, ਐਸਾ ਕੋ ਜਨਮਿਓ ਭਵ ਮਾਹੀ, ਪ੍ਰਭਤਾ ਪਾਏ ਜਾ ਸਮਧ ਨਾਹੀ। ਫਿਰ ਵਡਿਆਈ ਮਿਲੀ ਤੋਂ ਮਨ ਵਿੱਚ ਅਭਿਮਾਨ, ਹੰਕਾਰ ਆ ਜਾਂਦਾ ਹੈ, ਕਿਉਂਕਿ ਐਸਾ ਕੋਈ ਕਰੋੜਾਂ ਵਿੱਚ ਇੱਕ ਅੱਧਾ ਹੋ ਸਕਦਾ ਹੈ ਜਿਹਨੂੰ ਵਡਿਆਈ ਮਿਲੀ ਤੋਂ ਹੰਕਾਰ ਨਾ ਆਵੇ, ਜਿਹੜਾ ਹੰਕਾਰੀ ਨਾ ਬਣੇ। ਥੋੜੀ ਜਿਹੀ ਵਡਿਆਈ ਦਿੱਤੀ ਮੇਰੇ ਵਰਗੇ ਨੂੰ, ਫੁੱਲ ਜਾਂਦਾ ਹੈ, ਫੁੱਲ ਜਾਂਦਾ ਹੈ ਕਿ ਮੇਰੀ ਤਾਰੀਫ ਹੁੰਦੀ ਹੈ। ਗੁਰਮੁਖੋ, ਇਹ ਲੋਕਾਂ ਦੁਆਰਾ ਦਿੱਤੀ ਹੋਈ ਤਿਲ ਜਿੰਨੀ ਵਡਿਆਈ ਆ। ਅੱਜ ਜਿਹੜੇ ਤਾਰੀਫ ਕਰਦੇ ਆ, ਵੇਖਨੇ ਆਪਾਂ ਦੁਨੀਆ 'ਚ ਰਹਿੰਦੇ ਆ, ਕਿਆ ਹੁੰਦਾ ਬਾਅਦ ਵਿੱਚ। ਅੱਜ ਤਾਰੀਫ ਹੈ, ਵਡਿਆਈ ਹੈ, ਕੱਲ ਨੂੰ ਤਵਾ ਵੀ ਲਾਉਣਾ, ਮਾੜਾ ਵੀ ਬੋਲਦੇ ਆ। ਇਹ ਗੱਲਾਂ ਤੋਂ, ਵਿਚਾਰਾਂ ਤੋਂ ਨਿਰਲੇਪ ਹੋ ਕੇ ਅੱਗੇ ਨੂੰ ਤੁਰਨਾ, ਅਗਲੀ ਮੰਜ਼ਿਲ। ਤੇ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਜੋ ਆਪਣੇ ਆਦਰ ਦੀ ਲੋੜ ਵਾਲਾ, ਅਭਿਮਾਨ ਹੰਕਾਰ ਵਿੱਚ ਆ ਕੇ ਦੂਜੇ ਦੀ ਲੋੜ ਵਾਲਾ, ਹੰਕਾਰ ਵਿੱਚ ਆ ਕੇ ਦੂਜੇ ਦੀ ਨਿਰਾਦਰੀ ਕਰਨ ਵਾਲਾ ਜਿਹੜਾ ਹੈ, ਉਹ ਸੇਵਕ ਨਹੀਂ। ਕਿ ਮੇਰੀ ਤਾਰੀਫ ਹੋਵੇ, ਇਹ ਸਮਝ ਕੇ ਕਰਮ ਕਰੇ, ਉਹ ਸੇਵਕ ਨਹੀਂ ਆ। ਦੂਜੇ ਨੂੰ ਮਾੜਾ ਬੋਲਦਾ ਕਿ ਲੋਕ ਮੈਨੂੰ ਚੰਗਾ ਕਹਿਣਾ,
ਇਹ ਭਗਤ ਨਹੀਂ। ਤਤ ਸਮਦਰਸੀ ਸੰਤੋ ਕੋਈ ਕੋਟ ਮਦਾਹੀ। ਇਹ ਰੱਬ ਦੇ ਪਿਆਰਿਓ, ਸਾਰਿਆਂ ਵਿੱਚ ਤਤ ਸਰੂਪ ਪਰਮੇਸ਼ਰ ਬਰਾਬਰ ਦੇਖਣ ਵਾਲਾ, ਇੱਕ ਸਮਾਨ ਪ੍ਰਮਾਤਮਾ ਦਾ ਦਰਸ਼ਨ ਕਰਨ ਵਾਲਾ ਕਰੋੜਾਂ ਵਿੱਚੋਂ ਕੋਈ ਵਿਰਲਾ ਹੈ ਜਿਹਨੂੰ ਐਸੀ ਅਵਸਥਾ ਪ੍ਰਾਪਤ ਹੁੰਦੀ ਆ। ਕਹਿਨ ਕਹਾਵਨ ਇਹੋ ਕੀਰਤ ਕਰ ਲਾ। ਆਪਣੀ ਵਡਿਆਈ ਦੇ ਬਚਨ ਆਪ ਕਹਿ ਲੈਣੇ, ਆਪਣੇ ਸੇਵਕਾਂ ਤੋਂ ਜਾਂ ਹੋਰ ਪੁਰਸ਼ਾਂ ਤੋਂ ਵੀ ਕਹਾ ਲੈਣੇ, ਕਹਾਉਣਾ ਕਿ ਇਹ ਬੜੇ ਪਹੁੰਚੇ ਹੋਏ ਮਹਾਂਪੁਰਸ਼ ਨੇ। ਇਹ ਸਿਰਫ ਕੀਰਤ ਕਹੀਏ, ਉਸਤਤ ਵਡਿਆਈ ਜਸ ਕਰਾਉਣ ਲਈ ਲੋਕਾਂ ਨੇ ਇੱਕ ਕਰਲਾ ਕਹੀਏ ਰਸਤਾ ਬਣਾਇਆ ਹੋਇਆ ਹੈ। ਕਿਉਂਕਿ ਕਈ ਵਡਿਆਈ ਦੇ ਭੁੱਖੇ ਅਜਿਹੇ ਵੀ ਹੁੰਦੇ ਆ ਜੋ ਆਪਣੀ ਉਸਤਤ ਆਪ ਹੀ ਕਰੀ ਜਾਂਦੇ ਨੇ। ਜਿਸ ਤਰ੍ਹਾਂ ਕਹਿਣਾ ਕਿ ਮੈਂ ਹੁਣ ਬ੍ਰਹਮ ਰੂਪ ਹਾਂ, ਅਹੰ ਬ੍ਰਹਮਾਸਮੀ, ਤੇ ਨਾਲ ਚੇਲੇ ਚਾਟੜਿਆਂ ਤੋਂ ਵੀ ਕਹਾਉਣਾ ਜੋ ਲਾਲਚ ਵਸ ਆ ਕੇ ਅੰਨੀ ਸ਼ਰਧਾ ਅਧੀਨ ਹੋ ਕੇ ਕਹੀ ਜਾਂਦੇ ਆ ਕਿ ਸਾਡੇ ਮਹਾਰਾਜ ਬ੍ਰਹਮ ਗਿਆਨੀ ਨੇ। ਚਾਟੜੇ ਚੇਲੇ ਕਹਿੰਦੇ ਆ ਕਿ ਮਹਾਰਾਜ ਜੀ ਦੀ ਰਾਤ ਨੂੰ ਦੇਹ ਵੱਖਰੀ ਹੋ ਜਾਂਦੀ ਹੈ, ਲੱਤਾਂ ਵੱਖ, ਬਾਹਾਂ ਵੱਖ, ਸਿਰ ਧਰੜ ਨਾਲੋਂ ਵੱਖਰਾ ਹੋ ਜਾਂਦਾ ਹੈ। ਐਸੇ ਲੋਕ ਜੋ ਆਪਣੀ ਵਡਿਆਈ ਕਰਦੇ ਆ, ਕਰਾਉਂਦੇ ਆ, ਉਹ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦੇ। ਹਾਂ, ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ ਲੋਕਾਂ ਨੂੰ ਭਰਮਾਉਣ ਦੇ ਲਈ, ਡਰਾਉਣ ਦੇ ਲਈ। ਹੈ ਨੇ ਬਹੁਤ ਲੋਕ ਐਸੇ। ਆ ਜਿਹੜੀਆਂ ਸਿਆਣਿਆਂ ਸੱਪਾ ਟੇਬੇ ਜੇ ਲਾਉਂਦੇ ਆ ਨਾ, ਪੁੱਛਾ ਗਿੱਛਾ ਜੀ ਦਿੰਦੇ ਆ, ਜੋਤਿਸ਼ ਕਰਦੇ ਆ, ਅੰਦਰ ਦਾ ਸਕੂਨ ਨਹੀਂ। ਇੰਨਾ ਪੈਸਾ ਲੱਗੂ ਜੀ, ਆਹ ਕਰ ਦਾਂਗੇ ਤੁਹਾਡਾ, ਉਹ ਕਰ ਦਾਂਗੇ। ਹਾਂ, ਕਰ ਦੂ, ਹੋ ਜੂ। ਜੋ ਅੰਦਰ ਦਾ ਸਕੂਨ ਹੈ ਨਾ ਪ੍ਰੇਮੀਓ, ਉਹ ਤਾਂ ਬੰਦਗੀ ਨੇ ਦੇਣਾ। ਰਿੱਧੀਆਂ ਸਿੱਧੀਆਂ ਆਉਣੀਆਂ ਸੌਖੀਆਂ ਨੇ, ਅਗਲੀ ਮੰਜ਼ਿਲ ਹੋਰ ਹੈ, ਅਗਲੀ ਮੰਜ਼ਿਲ ਹੋਰ ਹੈ। ਸਰੀਰ ਨੂੰ ਖੰਡਿਆ ਲੈਣਾ, ਲੱਤਾਂ ਬਾਹਾਂ ਸਿਰ ਵੱਖਰਾ ਕਰ ਲੈਣਾ ਧੜ ਦੇ ਨਾਲੋਂ, ਇਹ ਰਿੱਧੀਆਂ ਸਿੱਧੀਆਂ ਚ ਤਾਕਤ ਆ। ਪਰ ਗੁਰਮੁਖੋ, ਆ ਪਖੰਡ ਜੇ ਕਰਨ ਵਾਲਾ ਨਾ ਬੰਦਾ ਰੱਬ ਨੂੰ ਨਹੀਂ ਪ੍ਰਾਪਤ ਕਰ ਸਕਦਾ, ਭਗਤ ਨਹੀਂ ਹੋ ਸਕਦਾ। ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕੇਵਲ ਪਖੰਡ ਕਰਕੇ ਅਗਿਆਨੀ ਲੋਕਾਂ ਨੂੰ ਆਪਣੇ ਮਗਰ ਲਾ ਸਕਦੇ ਨੇ, ਪਰ ਵਿਚਾਰਵਾਨਾਂ, ਸੂਝਵਾਨਾਂ ਗੁਰੂ ਕੇ ਸਿੱਖਾਂ ਨੂੰ ਨਹੀਂ। ਜਿਵੇਂ ਇੱਕ ਜੋਗੀ ਤੇ ਇੱਕ ਗੁਰਸਿੱਖ ਦੀ ਸਾਖੀ ਆਉਂਦੀ ਆ। ਕਹਿੰਦੇ ਮਦਰਾਸ ਦੇ ਇਲਾਕੇ ਦੇ ਵਿੱਚ ਇੱਕ ਬੜਾ ਮੰਨਿਆ ਪਰਮੰਨਿਆ ਰਿੱਧੀਆਂ ਸਿੱਧੀਆਂ ਦਾ ਮਾਲਕ ਜੋਗੀ ਰਿਹਾ ਕਰਦਾ ਸੀ, ਜਿਹਦੀ ਸਾਰੇ ਪਾਸੇ ਧੁੰਮ ਪਈ ਹੋਈ ਸੀ। ਇੱਕ ਦਿਨ ਇੱਕ ਗੁਰੂ ਕਾ ਪਿਆਰਾ ਸਿੱਖ, ਜਿਹਨੂੰ ਲੋਕ ਮਸਤਾਨਾ ਵੀ ਕਹਿੰਦੇ, ਉਹ ਵੀ ਉੱਥੇ ਪਹੁੰਚ ਗਿਆ ਤੇ ਉਹਨੇ ਵੇਖਿਆ ਕਿ ਜੋਗੀ ਅੱਖਾਂ ਬੰਦ ਕਰਕੇ ਕਦੇ ਕੁਝ ਕਰ ਲਿਆ ਕਰੇ, ਕਦੇ ਕੁਝ ਕਰ ਲਿਆ ਕਰੇ, ਕਦੇ ਆਕਾਸ਼ ਵਿੱਚ ਚਲਾ ਜਾਇਆ ਕਰੇ, ਕਦੇ ਅਲੋਪ ਹੋ ਜਾਇਆ ਕਰੇ। ਸਿੱਖ ਕਈ ਦਿਨ ਇਹ ਤਮਾਸ਼ਾ ਵੇਂਦਾ ਰਿਹਾ। ਇੱਕ ਦਿਨ ਜੋਗੀ ਕਹਿਣ ਲੱਗਾ ਕਿ ਮੈਂ ਬ੍ਰਹਮਾ, ਮੈਂ ਬ੍ਰਹਮ ਹਾਂ। ਬ੍ਰਹਮ ਕੌਣ ਹੈ? ਮਾਲਕ ਪਰਮੇਸ਼ਰ। ਮੈਂ ਬ੍ਰਹਮ ਹਾਂ। ਉਹਦੇ ਚੇਲੇ ਕਹਿੰਦੇ ਕਿ ਤੁਸੀਂ ਕਿਵੇਂ ਬ੍ਰਹਮ ਹੋ? ਚੇਲੇ ਕਹਿੰਦੇ ਬ੍ਰਹਮ ਦਾ ਤਾਂ ਕੋਈ ਰੂਪ ਰੰਗ ਨਹੀਂ ਆ। ਜੋਗੀ ਕਹਿੰਦਾ ਕਿ ਮੇਰੇ ਵੀ ਕੋਈ ਹੱਥ ਪੈਰ ਨਹੀਂ। ਇਤਨਾ ਕਹਿ ਕੇ ਸਾਰੇ ਅੰਗ ਵੱਖੋ ਵੱਖਰੇ ਕਰਕੇ ਦਿਖਾ ਦਿੱਤੇ ਤੇ ਕਿਹਾ ਕਿ ਹੁਣ ਤਾਂ ਤੁਹਾਨੂੰ ਨਿਸ਼ਚਾ ਹੋ ਗਿਆ ਹੋਏਗਾ ਕਿ ਬ੍ਰਹਮ ਹਾਂ ਮੈਂ। ਤਾਂ ਸਾਰੇ ਚੇਲੇ ਕਹਿਣ ਲੱਗੇ, ਹਾਂ ਜੀ ਤੁਸੀਂ ਬ੍ਰਹਮ ਹੋ। ਕੋਲ ਹੀ ਗੁਰੂ ਕਾ ਸਿੱਖ ਖੜਾ ਸੀਗਾ, ਉਹ ਵੀ ਜੋਗੀ ਦੇ ਸਾਹਮਣੇ ਆ ਗਿਆ ਤੇ ਕਹਿਣ ਲੱਗਾ
ਕਿ ਜੋਗੀਆ ਮੈਂ ਨਹੀਂ ਮੰਨਦਾ ਕਿ ਤੂੰ ਬ੍ਰਹਮ ਆ, ਤੂੰ ਬ੍ਰਹਮ ਹੈ, ਮੈਂ ਨਹੀਂ ਮੰਨਦਾ, ਤੇਰੇ ਚੇਲੇ ਮੰਨੀ ਜਾਣ। ਉਹਨੇ ਆਖਿਆ ਕਿ ਤੂੰ ਕਿਉਂ ਨਹੀਂ ਮੰਨਦਾ? ਜੋਗੀ ਕਹਿੰਦਾ ਗੁਰੂ ਦੇ ਪਿਆਰੇ ਨੂੰ ਕਿ ਤੂੰ ਕਿਉਂ ਨਹੀਂ ਮੰਨਦਾ ਮੈਨੂੰ ਬ੍ਰਹਮ? ਸਿੱਖ ਬੋਲਿਆ, ਕਹਿੰਦਾ ਤੂੰ ਤਾਂ ਹਉਮੈ ਦਾ ਭਰਿਆ ਹੋਇਆ, ਜੋ ਆਪਣੀ ਵਡਿਆਈ ਕਰਾਉਣ ਵਾਸਤੇ ਲੋਕਾਂ ਨੂੰ ਇਹ ਰਿੱਧੀਆਂ ਸਿੱਧੀਆਂ ਦੇ ਤਮਾਸ਼ੇ ਦਿਖਾਉਂਦਾ ਫਿਰਦਾ ਹੈ। ਬ੍ਰਹਮ ਵਿੱਚ ਤਾਂ ਹੰਗਤਾ ਨਹੀਂ, ਤੇ ਜਦੋਂ ਤੱਕ ਤੇਰੇ ਵਿੱਚ ਹੰਗਤ ਹੈ ਉਦੋਂ ਤੱਕ ਤੂੰ ਬ੍ਰਹਮ ਦਾ ਰੂਪ ਨਹੀਂ ਬਣ ਸਕਦਾ। ਲੋਕਾਂ ਨੂੰ ਦਿਖਾ ਕੇ, ਚੇਲਿਆਂ ਨੂੰ ਦਿਖਾ ਕੇ ਤੇ ਤੂੰ ਬ੍ਰਹਮ ਆ। ਹੰਗਤਾ ਹਉਮੈ ਹੰਕਾਰ ਕਰਦਾ ਕਿ ਮੇਰੀ ਲੋਕ ਵਡਿਆਈ ਕਰਨ, ਮੇਰੇ ਪੈਰਾਂ 'ਚ ਡਿੱਗਣ। ਜਿੰਨਾ ਸਮਾਂ ਤੇਰੇ ਅੰਦਰ ਹੰਗਤਾ ਨਾ, ਮੈਂ ਮੇਰੀ ਆ, ਜੋਗੀਆ ਤੂੰ ਬ੍ਰਹਮ ਦਾ ਰੂਪ ਨਹੀਂ ਬਣ ਸਕਦਾ। ਭਾਵੇਂ ਤੂੰ ਆਪਣੇ ਸਾਰੇ ਸਰੀਰ ਨੂੰ ਰੱਤੀ ਰੱਤੀ ਕਰਕੇ ਕਟਾ ਲਵੇਂ, ਤੂੰ ਤਾਂ ਆਪਣੇ ਮੋਟੇ ਮੋਟੇ ਹੱਡ ਵੱਖਰੇ ਕਰਕੇ ਦਿਖਾਏ ਨੇ, ਪਰ ਭਾਵੇਂ ਕੋਈ ਆਪਣੇ ਸਰੀਰ ਨੂੰ, ਉਹ ਕਹਿੰਦੇ ਆਪਣੇ ਸਰੀਰ ਨੂੰ ਭਾਵੇਂ ਵਡਿਆਈ ਕਰਾਉਣ ਲਈ ਰੱਤੀ ਰੱਤੀ ਕਰਕੇ ਕਟਾ ਲਵੇ, ਤਾਂ ਵੀ ਹੰਗਤਾ ਦੀ ਮੈਲ ਜਿਹੜੀ ਆ ਨਾ ਦੂਰ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਜੀ, ਨਿਮਖ ਨਿਮਖ ਕਰ ਸਰੀਰ ਕਟਾਵੇ, ਤਉ ਪੀ ਹਉਮੈ ਮੈਲ ਨਾ ਜਾਵੇ। ਰੱਤੀ ਰੱਤੀ ਸਰੀਰ ਕਟਾ ਲੇ ਬੰਦਾ। ਬਹੁਤ ਵਾਰ ਆਪਾਂ ਸ਼ਬਦ ਦੀ ਵਿਚਾਰ ਕੀਤੀ ਹੈ ਕਿ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਪਿਅੰਗਮ ਸਾਧੇ। ਪਾਠ ਪੜ੍ਹਦਾ ਬੰਦਾ, ਧਾਰਮਿਕ ਪੁਸਤਕਾਂ ਪੜ੍ਹਦਾ, ਨਿਵਲ ਪਿਅੰਗਮ ਸਾਧਦਾ, ਕੁੰਡਲੀ ਨਾੜੀ ਰਾਹੀਂ ਸਵਾਸ ਚੜਾਉਂਦਾ, 10ਮ ਦਵਾਰ। ਸੌਖੀਆਂ ਨੇ ਗੱਲਾਂ, ਹੋ ਜਾਣਗੀਆਂ, ਪਰ ਪੰਜ ਜਨਾਸੋਂ ਸੰਗ ਨਾ ਛੁਟਕਿਓ, ਅਦਕ ਅਹ ਬੁੱਧ ਬਾਧੇ। ਜਿਹੜੇ ਪੰਜ ਚਿੰਬੜੇ ਆ ਉਹਨਾਂ ਤੋਂ ਛੁਟਕਾਰਾ ਹੋਈ ਨਹੀਂ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਹਾਰ ਪਰੈ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮੋਨ ਭਇਓ ਕਰਪਾਤੀ ਰਹਿਓ, ਨਾਗਨ ਫਿਰਿਓ ਮਨ ਮਾਹੀ। ਮੋਨੀ ਬਣ ਗਿਆ, ਬੋਲਣਾ ਨਹੀਂ, ਮੋਨ ਧਾਰ ਲਿਆ। ਕਰਪਾਤੀ ਰਹਿਓ, ਭਾਂਡੇ ਵਰਤਣੇ ਛੱਡ ਦਿੱਤੇ, ਬਰਤਨ ਹੱਥਾਂ ਦਾ ਭਾਂਡਾ ਬਣਾ ਲਿਆ, ਹੱਥਾਂ 'ਚ ਰੋਟੀ ਛਕਣੀ ਆ, ਜੋ ਵੀ ਬਣਿਆ ਬਰਤਨ ਚੁੱਕਣੀ ਨਹੀਂ। ਨਗਨ ਫਿਰਿਓ ਮਨ ਮਾਹੀ, ਕੱਪੜੇ ਤਿਆਗ ਤੇ ਨੰਗਾ ਹੋ ਕੇ ਭੱਜ ਲਿਆ ਜੰਗਲਾਂ ਵੱਲ ਨੂੰ। ਤੜ ਤੀਰਥ ਸਭ ਧਰਤੀ ਭਰਮਿਓ, ਦੁੱਧਾ ਛੁਟਕੇ ਨਾਹੀ। ਤੀਰਥ ਗਾਹ ਤੇ ਬੜੇ ਸਮੁੰਦਰਾਂ ਤੇ ਜਾ ਆਇਆ, ਨਦੀਆਂ ਦੇ ਤੱਟ, ਸਮੁੰਦਰਾਂ ਦੇ ਕਿਨਾਰੇ ਘੁੰਮਣਾ ਕੀਤਾ, ਭਰਮਣ ਕੀਤਾ, ਦੁੱਧਾ ਛੁਟਕੇ ਨਾਹੀ। ਦੋ ਚਿੱਤਾ ਪਣ ਸੀ ਜਿਹੜਾ ਖਤਮ ਨਹੀਂ ਹੋਇਆ। ਫਿਰ ਮਨ ਕਾਮਨਾ ਤੀਰਥ ਜਾਏ ਵਸਿਓ। ਮਨ ਵਿੱਚ ਕਾਮਨਾ ਰੱਖ ਲਈ ਕਿ ਤੀਰਥਾਂ ਤੇ ਜਾ ਕੇ ਵਸ ਲੈਨੇ ਆ, ਰੱਬ ਨੂੰ ਮਿਲ ਜਾਾਂਗੇ। ਪੜ੍ਹਦੇ ਹੁੰਦੇ ਆ ਕਿ ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲੈ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਸਿਰ ਕਰਬਤ ਧਰਾਏ, ਆਪਣੇ ਆਪ ਨੂੰ ਕਰਬਤ ਨਾਮ ਆਰੇ ਦਾ, ਆਰੇ ਨਾਲ ਚਰਾ ਲਿਆ। ਆਰੇ ਨਾਲ ਕਿ ਮੇਰੇ ਅੰਦਰੋਂ ਮੈਂ ਮੇਰੀ ਖਤਮ ਹੋ ਜੂ। ਸਿਰ ਕਰਬਤ ਧਰਾਏ, ਮਨ ਕੀ ਮੈਲ ਨਾ ਉਤਰੈ, ਇਹ ਵਿਦ ਜੇ ਲੱਖ ਯਤਨ ਕਰਾਏ। ਮਨ ਦੀ ਮੈਲ ਤਾਂ ਵੀ ਨਹੀਂ ਜਾਂਦੀ, ਅਜਿਹੇ ਲੱਖਾਂ ਯਤਨ ਬੰਦਾ ਕਰ ਲਵੇ। ਅੱਗੇ ਹੋਰ ਬੜਾ ਕੁਛ ਦਾਨ ਕਰਦਾ ਬੰਦਾ, ਹੈਬਰ ਗੈਬਰ ਅੰਨ ਬ ਅਰਪੈ। ਹੈਬਰ ਗੈਬਰ ਹਾਥੀ ਘੋੜੇ ਦਾਨ ਕਰਨੇ, ਭੂਮ ਬਸਤਰ ਦਾਨ ਕਰਨੇ, ਆ ਕਰਕੇ ਵੀ ਨਾ ਮਿਲੀ ਹੈ ਹਰ ਦੁਆਰਾ। ਇੱਥੋਂ ਤੱਕ ਬੰਦਾ ਖੜ ਕਰਮ ਕਰਦਾ ਹੈ, ਬ੍ਰਾਹਮਣਾਂ ਦੇ ਦਾਨ ਲੈਣਾ ਦੇਣਾ, ਵਿਦਿਆ ਪੜ੍ਹਨੀ ਪੜ੍ਹਾਉਣਾ, ਜਗ ਕਰਨਾ ਕਰਾਉਣਾ। ਆਹ ਨੇ 83 ਸਿੱਧਾਂ ਨੇ ਵੀ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ। ਅੱਗੇ ਫਿਰ ਘਰ ਵਾਲੀ ਵੀ ਦਾਨ ਕਰ ਦਿੰਦਾ ਬੰਦਾ। ਪਰ ਗੁਰਮੁਖੋ ਆ ਜਿੰਨੀਆਂ ਵੀ ਇਹ ਚੀਜ਼ਾਂ ਨੇ ਨਾ ਕਰਦਾ, ਪਖੰਡ, ਭਗਤ ਜਤਾਉਂਦਾ ਕਿਵੇਂ ਸੱਚਾ ਭਗਤਾਂ,
ਉੱਥੇ ਸਤਿਗੁਰ ਕਹਿੰਦੇ ਆ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮਾ ਫਾਰਾ, ਸੇਜ ਸੋਹਣੀ ਚੰਦਨ ਝੋਆ, ਨਰਕ ਘੋਰ ਕਾ ਦੁਆਰਾ। ਘੋਰ ਨਰਕ ਦੇ ਦਰਵਾਜ਼ੇ ਆ। ਆਪਣੇ ਆਪ ਨੂੰ ਨਿਮਖ ਨਿਮਖ ਰੱਤੀ ਰੱਤੀ ਕਟਵਾ ਲੇ, ਰੱਤੀ ਰੱਤੀ, ਤਾਂ ਵੀ ਅੰਦਰੋਂ ਮਨ ਦੀ ਮੈਲ ਨਹੀਂ ਜਾਂਦੀ। ਜਦੋਂ ਤੱਕ ਅੰਦਰ ਹਉਮੈ ਹੈ ਨਾ, ਉਦੋਂ ਤੱਕ ਕੋਈ ਪ੍ਰਮਾਤਮਾ ਦਾ ਰੂਪ ਨਹੀਂ ਬਣ ਸਕਦਾ। ਫਿਰ ਤੂੰ ਕਿਸ ਤਰ੍ਹਾਂ ਕਹਿਣਾ ਹੈ, ਉਹ ਸਿੱਖ ਕਹਿੰਦਾ ਜੋਗੀ ਨੂੰ, ਕਿ ਮੈਂ ਬ੍ਰਹਮਾ। ਇਹ ਜੋ ਤੂੰ ਰਿੱਧੀਆਂ ਸਿੱਧੀਆਂ ਦੇ ਨਾਟਕ ਕਰ ਰਿਹਾ, ਇਹ ਤਾਂ ਮੇਰੇ ਗੁਰੂ ਨਾਨਕ ਦੇ ਦਰ ਤੇ ਰਹਿਣ ਵਾਲੇ ਕੁੱਕਰਾਂ ਝਾੜੂ ਬਰਦਾਰਾਂ ਵਿੱਚ ਵੀ ਬੇਅੰਤ ਨੇ। ਪਰ ਸਿੱਖ ਜਿਹੜੇ ਆ ਨਾ ਗੁਰੂ ਨਾਨਕ ਦੇ, ਕਦੇ ਆ ਹਉਮੈ ਦੇ ਅਧੀਨ ਹੋ ਕੇ ਅਜਿਹੇ ਤਮਾਸੇ ਨਹੀਂ ਦਿਖਾਉਂਦੇ। ਉਹ ਨਾ ਆਪਣੀ ਵਡਿਆਈ ਕਰਦਾ, ਨਾ ਕਿਸੇ ਤੋਂ ਕਰਾਉਂਦਾ। ਸਿੱਖ ਦੇ ਮੂੰਹੋਂ ਗੁਰੂ ਨਾਨਕ ਜੀ ਦਾ ਨਾਮ ਅਤੇ ਸੱਚੇ ਬਚਨ ਸੁਣ ਕੇ ਜੋਗੀ ਦਾ ਹੰਕਾਰ ਦੂਰ ਹੋ ਗਿਆ ਤੇ ਸਿੱਖ ਦੇ ਚਰਨੀ ਡਿੱਗਾ। ਅੱਗੇ ਤੋਂ ਪਖੰਡ ਛੱਡ ਕੇ ਪ੍ਰੇਮਾ ਭਗਤੀ ਦੇ ਮਾਰਗ ਤੇ ਉਹ ਤੁਰ ਪਿਆ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਆਪਣੇ ਆਪ ਨੂੰ ਖੁਦਾ ਕਹਿਣਾ ਤੇ ਦੂਸਰਿਆਂ ਤੋਂ ਕਹਾਉਣਾ, ਇਹ ਲੋਕਾਂ ਨੇ ਆਪਣੀ ਵਡਿਆਈ ਕਰਾਉਣ ਦਾ ਰਸਤਾ ਬਣਾਇਆ ਹੋਇਆ ਹੈ। ਆਪਣੇ ਆਪ ਨੂੰ ਜੋ, ਚਲੋ ਪ੍ਰੇਮ ਚ ਜੋ ਕਹਿੰਦੇ ਆ ਗੱਲ ਵੱਖਰੀ ਆ। ਚੇਲਿਆਂ ਤੋਂ ਕਹਾਉਣਾ, ਧੱਕੇ ਨਾਲ ਆਪਣੇ ਆਪ ਨੂੰ ਜਤਾਉਣਾ ਕਿ ਮੈਂ ਹੀ ਬ੍ਰਹਮ ਹਾਂ, ਉਹ ਵਡਿਆਈ ਛਕਦੇ ਆ। ਹਉਮੈ ਹੰਕਾਰ ਕਥਨ ਕਹਿਣ ਤੇ ਮੁਕਤਾ, ਗੁਰਮੁਖ ਕੋਈ ਬਿਰਲਾ। ਜਿਹੜਾ ਕੁਝ ਕਥਨ ਕਹੀਏ, ਕਹਿਣਾ ਆਪਣੇ ਵੱਲੋਂ ਕਿ ਮੈਂ ਬ੍ਰਹਮ, ਤੇ ਸੇਵਕਾਂ ਤੋਂ ਕਹਾਉਣਾ ਕਿ ਤੂੰ ਹੀ ਬ੍ਰਹਮ ਹੈ। ਇਹਨਾਂ ਦੋਵੇਂ ਚੀਜ਼ਾਂ ਤੋਂ ਰਹਿਤ ਕੋਈ ਬਿਰਲਾ ਗੁਰਸਿੱਖ ਹੈ ਜਿਹਦੇ ਅੰਦਰ ਹਉਮੈ ਨਹੀਂ, ਕੇਵਲ ਪਰਮਾਤਮਾ ਦਾ ਨਾਮ ਹੀ ਰੋਮ ਰੋਮ ਦੇ ਵਿੱਚ ਵਸਿਆ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੈ, ਕਿ ਗਤ ਅਵਗਤ ਕਛ ਨਦਰ ਨਾ ਆਇਆ। ਗੁਰਮੁਖਾਂ ਦੀ ਅਵਸਥਾ ਦੱਸਦੇ ਨੇ ਕਿ ਭਾਈ ਗੁਰਮੁਖਾਂ ਦੀ ਨਜ਼ਰ ਵਿੱਚ ਇਹ ਕੁਝ ਨਹੀਂ ਆਉਂਦਾ ਕਿ ਕਿਸ ਦੀ ਗਤੀ ਤੇ ਕਿਸ ਦੀ ਅਵਗਤੀ ਹੈ। ਉਹ ਸਾਰਿਆਂ ਵਿੱਚ ਵਾਹਿਗੁਰੂ ਦਾ ਸਰੂਪ ਹੀ ਵੇਂਦੇ ਆ। ਗਤ ਕਹੀਏ ਗਿਆਨ, ਅਵਗਤ ਕਹੀਏ ਅਗਿਆਨ, ਭਾਵ ਗਿਆਨੀ ਤੇ ਅਗਿਆਨੀ ਉਹਨਾਂ ਦੀ ਨਿਗਾਹ ਵਿੱਚ ਨਹੀਂ ਆਉਂਦੇ। ਉਹਨਾਂ ਦੀ ਦ੍ਰਿਸ਼ਟੀ ਕੇਵਲ ਬ੍ਰਹਮ ਵੇਂਦੀ ਆ। ਪ੍ਰਾਪਤੀ ਅਤੇ ਅਵਗਤ ਕਹੀਏ ਅਪ੍ਰਾਪਤੀ ਵੀ ਉਹਨਾਂ ਦੀ ਦ੍ਰਿਸ਼ਟੀ ਵਿੱਚ ਨਹੀਂ ਆਉਂਦੀ। ਜਿਨ੍ਹਾਂ ਨੂੰ ਅਵਗਤ ਕਹੀਏ, ਪਰਮਾਤਮਾ ਦਾ ਗਿਆਨ ਪ੍ਰਾਪਤ ਹੋਇਆ, ਪਰਮੇਸ਼ਰ ਦੀ ਪ੍ਰਾਪਤੀ ਜਿਨ੍ਹਾਂ ਨੂੰ ਹੋਈ ਹੈ, ਉਹਨਾਂ ਦੀ ਦ੍ਰਿਸ਼ਟੀ ਵਿੱਚ ਹੋਰ ਧੁੰਦਬਾਦ ਕੁਝ ਵੀ ਨਜ਼ਰ ਨਹੀਂ ਆਉਂਦਾ। ਉਹਨਾਂ ਨੂੰ ਭਾਈ ਕਨ੍ਹਈਏ ਵਾਂਗ ਸਾਰੇ ਪਾਸੇ ਪਰਮਾਤਮਾ ਹੀ ਦਿਖਦਾ। ਜਿਵੇਂ ਭਾਈ ਕਨ੍ਹਈਆ ਜੀ ਨੇ ਪਾਣੀ ਦੀ ਸੇਵਾ ਕੀਤੀ ਨਾ, ਜਲ ਦੀ ਸੇਵਾ ਕੀਤੀ। ਸਿੱਖਾਂ ਨੇ ਸ਼ਿਕਾਇਤ ਕੀਤੀ ਸੀ, ਮਹਾਰਾਜ ਅਸੀਂ ਦੁਸ਼ਮਣਾਂ ਨੂੰ ਮਸਾਂ ਮਾਰਦੇ ਹਾਂ, ਇਹ ਪਾਣੀ ਪਿਲਾ ਕੇ ਫੇਰ ਖੜਾ ਕਰ ਦਿੰਦਾ। ਉਹਨਾਂ ਨੂੰ ਬੁਲਾਇਆ, ਹਾਂ ਵੀ ਸਿੱਖਾ ਕੁਛ ਕਰਨਾ? ਉਹ ਕਹਿੰਦਾ ਮਹਾਰਾਜ ਹਾਂ ਸੱਚ ਹੈ। ਕਿਉਂ? ਕਹਿੰਦਾ ਸਤਿਗੁਰੂ ਜੀ ਜਦੋਂ ਮੈਂ ਤੁਰਦਾ ਮੈਨੂੰ ਕੋਈ ਹੋਰ ਦੀਂਦਾ ਹੀ ਨਹੀਂ, ਤੁਹਾਡਾ ਹੀ ਰੂਪ ਦੀਂਦੇ ਨੇ। ਹਰ ਇੱਕ ਦੇ ਵਿੱਚੋਂ ਰੱਬ ਦੀਂਦਾ ਹੈ। ਉਹ ਇੱਕ ਅਵਸਥਾ ਹੈ ਸਭ ਦੇ ਵਿੱਚ ਇੱਕ ਹੀ ਪਰਮਾਤਮਾ, ਇੱਕ ਹੀ ਰੱਬ ਸਭ ਦੇ ਵਿੱਚ। ਚੱਲ ਰਿਹਾ ਦੁਨੀਆ ਤੇ ਸੰਸਾਰ ਤੇ ਮਾਰ ਕਟਾਈ ਦਾ ਕੰਮ, ਇੱਕ ਦੂਜੇ ਨੂੰ ਵੇਖ ਕੇ ਰਾਜੀ, ਜੰਗਾਂ ਲੱਗੀਆਂ ਹੋਈਆਂ ਨੇ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਦੁਨੀਆ 'ਚ ਫੈਲਾਇਆ ਜਾਂਦਾ ਨਾ ਜੀ, ਫੈਲਾਇਆ ਜਾਂਦਾ, ਸਾਰੀ ਦੁਨੀਆ ਤੇ ਅਮਨ ਚੈਨ ਹੋ ਜਾਂਦੀ, ਅਮਨ ਚੈਨ। ਪਰ ਦੂਜਿਆਂ ਨੇ ਕਿਆ ਸਿੱਖਣਾ ਸਿਖਾਉਣਾ ਹੈ? ਸਾਡੇ ਸਿੱਖ ਵੀ ਧਰਮ ਜੋ ਮੋਹਤਬਰ ਬਣੇ ਫਿਰਦੇ ਆ, ਲੀਡਰ ਕਹਿ ਲਈਏ, ਧਰਮ ਦੇ ਠੇਕੇਦਾਰ,
ਉਹਨਾਂ ਨੇ ਨਹੀਂ ਗਿਆਨ ਲਿਆ ਮਹਾਰਾਜ ਦਾ ਕਿ ਬਾਣੀ ਕੀ ਕਹਿੰਦੀ ਹੈ। ਦੂਜੇ ਦੇਸਾਂ ਨੂੰ ਦੇਣਾ ਤਾਂ ਬਹੁਤ ਦੂਰ ਰਹਿ ਗਿਆ। ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਵੰਡਿਆ ਜਾਂਦਾ ਗੁਰਮੁਖੋ, ਸਾਰੀ ਦੁਨੀਆ ਵਿੱਚ ਸ਼ਾਂਤੀ, ਪੀਸ ਆਫ ਮਾਈਂਡ, ਭਾਵ ਸਕੂਨ ਪੈਦਾ ਹੋ ਜਾਏਗਾ। ਜੇ ਗੁਰਬਾਣੀ ਦਾ ਗਿਆਨ ਕਿਤੇ, ਉੱਥੇ ਨਾ ਚੰਗਾ ਨਾ ਮਾੜਾ। ਇਹ ਸੱਚਖੰਡ ਦੀ ਨਿਸ਼ਾਨੀ ਆ, ਸੱਚਖੰਡ ਦਾ ਗਿਆਨ ਜੋ ਉੱਥੇ ਵੰਡਿਆ ਜਾਂਦਾ ਨਾ, ਅਮੋਲਕ ਖਜ਼ਾਨਾ ਗੁਰਮੁਖੋ ਸੱਚਖੰਡ ਦੇ ਵਿੱਚ ਉਹ ਆਈ ਆ। ਉੱਥੇ ਨਾ ਕੋਈ ਜਾਤ ਨਾ ਪਾਤ, ਨਾ ਕੋਈ ਛੋਟਾ ਨਾ ਵੱਡਾ, ਨਾ ਗੋਰਾ ਨਾ ਕਾਲਾ, ਸਭ ਇੱਕੋ ਜਿਹਾ। ਗੁਰੂ ਨਾਨਕ ਦਾ ਸਿਧਾਂਤ ਇਹੀ ਹੈ। ਰੋਜ਼ ਪੜ੍ਹਦੇ ਆ, ਸੁਣਦੇ ਆ, ਪਰ ਕਦੇ ਮੰਨਿਆ ਨਹੀਂ। ਮੰਨਣਾ ਬਹੁਤ ਔਖਾ ਜੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਸਭ ਆ ਗਏ, ਚੰਗੇ ਮਾੜੇ ਸਭ ਆ ਜਾਣਗੇ। ਪਰ ਗੁਰਮੁਖੋ ਜੇ ਇੱਕ ਬੰਦਾ ਚੰਗਾ ਸੋਚਦਾ ਤਾਂ ਫਿਰ ਦੂਜਾ ਨਹੀਂ ਨਾ ਸੋਚਦਾ। ਆਪਣੀ ਸੋਚ, ਖੁਦ ਦੀ ਸੋਚ ਬਦਲਣੀ ਪੈਣੀ ਆ, ਫਿਰ ਕਿਤੇ ਗੱਲ ਬਣੂਗੀ। ਹੁਣ ਜੇ ਕਿ ਆਪਾਂ ਕਹੀਏ ਵੀ ਮੈਂ ਧਰਮੀ ਆ, ਦੂਜਾ ਸੰਤੋਖੀ ਆ, ਮੈਂ ਧਰਮੀ ਦੂਜਾ ਸੰਤੋਖੀ, ਇਹ ਆਪਣੇ ਆਪ ਨੂੰ ਵੀ ਸੰਤੋਖੀ ਬਣਾਉਣਾ ਪੈਣਾ। ਧਰਮੀ ਤਾਂ ਬੰਦਾ ਕਹਾਉਂਦਾ ਹੈ, ਮੈਂ ਮੇਰੀ ਖਤਮ ਕਰੇ ਤੋਂ ਬਿਨਾਂ ਸੰਤੋਖ ਨਹੀਂ ਆਏਗਾ। ਸਮਝ ਨਹੀਂ ਆਉਣੀ ਕਿ ਕੀ ਲਿਜਾਣਾ, ਨਾ ਕੁਛ ਜਾਂਦਾ ਹੈ ਨਾ ਕੁਛ ਆਇਆ। ਵਸਤੂਆਂ ਕੌਣ ਵਾਸਤ ਆਈ ਤੇਰੇ ਸੰਗ, ਇੱਕ ਕਰਮ ਨੇ, ਇੱਕ ਬੰਦਗੀ ਹੈ ਪਰਮੇਸ਼ਰ ਦੀ। ਬੰਦਾ ਲੈ ਜੇ ਨਾ ਲੈ ਜੇ, ਗੱਲ ਆਪਣੀ ਮਰਜ਼ੀ ਆ। ਤੇ ਸਾਧ ਸੰਗਤ ਜੀ, ਫਿਰ ਹਰ ਪਾਸੇ ਪਰਮਾਤਮਾ ਵਿਖਦਾ ਹੈ। ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਗੁਰੂ ਸਾਹਿਬ ਕਹਿੰਦੇ ਆ, ਜਿਨ੍ਹਾਂ ਮਹਾਂਪੁਰਸ਼ਾਂ ਨੇ ਪਰਮਾਤਮਾ ਦੇ ਕੋਲੋਂ ਨਾਮ ਦਾ ਦਾਨ ਪ੍ਰਾਪਤ ਕੀਤਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣਨ ਨੂੰ ਲੋਚਦਾ। ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਬਣ ਕੇ ਨਾਮ ਦਾਨ ਨੂੰ ਪਾਉਣਾ ਕੀਤਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਜਾ। ਕਹੋ ਨਾਨਕ ਹਰ ਲੋਚਾ ਪੂਰ, ਸੰਤ ਜਨਾਂ ਕੀ ਵਾਛੋਂ ਧੂਰ। ਭਾਵ ਆਪਣੇ ਆਪ ਨੂੰ ਸਭ ਤੋਂ ਨੀਵਾਂ ਖਵਾਉਣਾ, ਆਪਣੇ ਆਪ ਨੂੰ ਨੀਵਾਂ ਖਵਾਉਣਾ ਜੀ ਔਖਾ ਬੜਾ ਹੈ। ਆਪਣੇ ਆਪ ਨੂੰ ਮਾੜਾ ਖਵਾਉਣਾ। ਕਿਹੜਾ ਕਹਿੰਦਾ ਕਿ ਮੈਂ ਮਾੜਾ? ਅਸੀਂ ਦੂਜਿਆਂ ਨੂੰ ਕਹਿੰਦਾ ਵੀ ਤੂੰ ਮਾੜਾ, ਤੇਰੇ 'ਚ ਆਹ ਕਮੀਆਂ ਨੇ, ਆਹ। ਨਾਲੇ ਪੂਰਾ ਕਿਹੜਾ ਇੱਥੇ? ਸਭ ਦੇ ਵਿੱਚ ਸਾਡੇ 'ਚ ਕਮੀਆਂ ਨੇ, ਕੋਈ ਮੰਨੇ ਨਾ ਮੰਨੇ ਆਪਣੇ 'ਚੋਂ। ਬਾਣੀ ਕਹਿੰਦੀ ਹੈ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਅੰਮ੍ਰਿਤ ਨਾਮ ਛੱਡ ਕੇ, ਬਾਣੀ ਅੰਮ੍ਰਿਤ ਛੱਡ ਕੇ ਬੰਦਾ ਵਿਕਾਰਾਂ ਦਾ, ਮਾੜੇ ਖਿਆਲਾਂ, ਨਿੰਦਿਆ ਚੁਗਲੀ ਦਾ ਜ਼ਹਿਰ ਖਾਂਦਾ ਫਿਰਦਾ। ਝੰਜੋੜ ਕੇ ਖੜਾ ਲੈਂਦੀ ਹੈ ਗੁਰਬਾਣੀ ਸਾਹਮਣੇ, ਆ ਜਾ ਖੜ ਜਾ, ਸੁਣ ਲੈ ਕਿ ਮਨ ਰੇ ਕੌਣ ਕੁਮੱਤ ਤੈ ਲੀਨੀ। ਭੈੜੀ ਮੱਤ, ਕੁਮੱਤ ਲਈ ਹੋਈ ਹੈ ਮਨ ਨੇ ਸਭ ਦੇ ਅੰਦਰ। ਮੇਰੇ ਮਨ ਦੀ ਤੁਸੀਂ ਨਹੀਂ ਜਾਣਦੇ, ਤੁਹਾਡੇ ਮਨ ਦੀ ਮੈਂ ਨਹੀਂ ਜਾਣਦਾ। ਮਨ ਰੇ ਕੌਣ ਕੁਮੱਤ ਤੈ ਲੀਨੀ, ਕਿਹੜੀ ਭੈੜੀ ਮੱਤ ਭਾਈ? ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਪਰਦਾਰਾ, ਪਰਾਈ ਇਸਤਰੀ, ਧੀ ਭੈਣ ਤੱਕਣਾ। ਨਿੰਦਿਆ ਰਸ ਰਚਿਓ, ਦੂਜੇ ਦੀ ਨਿੰਦਿਆ ਕਰਨ 'ਚ ਆਨੰਦ ਆਉਣਾ। ਬਹਿ ਬਹਿ ਕੇ ਕੰਨ ਜੋੜ ਜੋੜ ਕੇ, ਮੂੰਹ ਜੋੜ ਜੋੜ ਕੇ ਗੱਲਾਂ ਕਰਨੇ, ਫਲਾਣਾ ਇੱਦਾਂ ਫਲਾਣਾ ਇੱਦਾਂ। ਜੇ ਮੈਂ ਕਰਦਾ ਨਾ ਕਿਸੇ ਦੀ, ਮੇਰੀ ਵੀ ਹੁੰਦੀ ਆ। ਮੈਂ ਕਿਸੇ ਦੇ ਔਗਣ ਵੇਖਣਾ, ਮੇਰੀ ਵੀ ਵਿੰਦੇ ਆ। ਜੇ ਮੇਰੀਆਂ ਦੋ ਅੱਖਾਂ ਦੁਨੀਆ ਨੂੰ ਦੇਖਦੀਆਂ ਨੇ, ਮੈਨੂੰ ਹਜ਼ਾਰੀਆਂ ਅੱਖਾਂ ਦੇਖਦੀਆਂ ਨੇ ਦੁਨੀਆ ਦੀ। ਆਪਣੀ ਸੋਚ ਬਦਲੀਏ, ਜੀਵਨ ਤਬਦੀਲ ਕਰੀਏ ਜੀ, ਤਾਂ ਫਾਇਦਾ ਸਿੱਖ ਬਣਨ ਦਾ। ਉਹ ਨੇ ਫਿਰ ਸੱਚੇ ਸੇਵਕ, ਰੱਬ ਦੇ ਪਿਆਰੇ ਗੁਰਮੁਖੋ। ਕਹਾਉਣ ਨਾਲ ਕੋਈ ਸੇਵਕ ਨਹੀਂ ਬਣ ਜਾਂਦਾ। ਸੇਵਕ ਬਣਨਾ ਬੜਾ ਔਖਾ ਹੈ। ਮੁਰਦਾ ਹੋਏ ਮਰੀਦ ਨਾ ਗੱਲੀ ਚੋਲੀ ਹੈ। ਮੁਰਦਾ ਹੋ ਜਾਣਾ, ਮਰੀਦ ਬਣ ਜਾਣਾ। ਮੁਰਦਾ ਕਹੀਏ ਮਰ ਜਾਣਾ ਆਪਣੇ ਗੁਰੂ ਦੇ ਚਰਨਾਂ 'ਚ। ਆਪਣੀ ਮਰਜ਼ੀ, ਆਪਣੀਆਂ ਮਨੌਤਾਂ, ਖਿਆਲਾਤ ਜਿਹੜੇ ਅੰਦਰ ਦੇ, ਭੈੜੀਆਂ ਬਿਰਤੀਆਂ ਛੱਡ ਦੇਣੀਆਂ। ਵਿਕਾਰੀ ਨਜ਼ਰ, ਵਿਸ਼ਈ ਸੋਚ ਵਿਚਾਰ ਛੱਡ ਦੇਣੀ। ਇਹ ਗੁਰੂ ਦੇ ਚਰਨਾਂ 'ਚ
ਮਰ ਕੇ ਰਹਿਣਾ। ਆਓ ਜੀ ਭੁੱਲਾਂ ਤੋਂ ਖਿਮਾ ਅਗਲੇ ਸ਼ਬਦ ਦੀ ਵਿਚਾਰ ਅੱਗੇ ਵਿਚਾਰਾਂਗੇ। ਸਮੇਂ ਸਿਰ ਪਹੁੰਚਿਆ ਕਰੋ ਭਾਈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ। ਗੱਜ ਕੇ ਬਈ ਚੰਗਿਆਈਆਂ ਬੁਰਿਆਈਆਂ ਕਰਮ ਆਪੋ ਆਪਣੀ, ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਜਿਨੇ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।